ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ੁਕਰ ਵਾਹਿਗੁਰੂ ਜੀ ਦਾ। ਸਹਿਜੇ ਸਹਿਜੇ ਅਰਥਾਂ ਸਮੇਤ ਸਹਿਜ ਪਾਠ ਕਰਦੇ ਹਾਂ। ਅੱਜ ਆਪਾਂ ਪਹੁੰਚੇ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 475 ਦੇ ਉੱਪਰ ਅੰਕਿਤ ਆਸਾ ਰਾਗ ਦੀ ਵਾਰ ਦੀ ਆਖਰੀ ਪੌੜੀ ਹੈ ਤੇ ਉਸ ਦੇ ਨਾਲ ਦੋ ਸ਼ਲੋਕ ਨੇ। ਇੱਕ ਸ਼ਲੋਕ ਗੁਰੂ ਨਾਨਕ ਪਾਤਸ਼ਾਹ ਦਾ ਹੈ ਤੇ ਦੂਸਰਾ ਗੁਰੂ ਅੰਗਦ ਦੇਵ ਸਾਹਿਬ ਜੀ ਦਾ ਹੈ। ਵਾਰ ਤੋਂ ਬਾਅਦ ਭਗਤਾਂ ਦੀ ਬਾਣੀ ਸ਼ੁਰੂ ਹੋਏਗੀ, ਜਿਸ ਵਿੱਚ ਭਗਤ ਕਬੀਰ ਜੀ, ਭਗਤ ਨਾਮਦੇਵ ਜੀ ਤੇ ਭਗਤ ਰਵਿਦਾਸ ਜੀ ਦੀ ਬਾਣੀ। ਆਓ ਆਸਾ ਰਾਗ ਦੀ ਵਾਰ ਦੇ ਆਖਰੀ ਪੌੜੀ ਦੇ ਨਾਲ ਜੋ ਦੋ ਸ਼ਲੋਕ ਨੇ, ਉਹਦਾ ਪਹਿਲਾ ਸ਼ਲੋਕ। ਸ਼ਲੋਕ ਮਹੱਲਾ ਪਹਿਲਾ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 475 ਦੇ ਉੱਪਰ ਅੰਕਿਤ ਇਸ ਸ਼ਲੋਕ ਵਿੱਚ ਕਿਰਪਾ ਕਰ ਰਹੇ ਹਨ। ਆਪੇ ਭਾਂਡੇ ਸਾਜਿਆਨ ਆਪੇ ਪੂਰਨ ਦੇ। ਰੱਬ ਨੇ ਜਿਵੇਂ ਘੁਮਿਆਰ ਭਾਂਡੇ ਘੜਦਾ ਹੈ ਤੇ ਉਹਨਾਂ ਭਾਂਡਿਆਂ ਦੇ ਵਿੱਚ ਫਿਰ ਕੋਈ ਵਸਤੂ ਪਾਈ ਜਾਂਦੀ ਹੈ, ਇਸੇ ਤਰ੍ਹਾਂ ਇਹ ਸਰੀਰ ਵਾਹਿਗੁਰੂ ਜੀ ਨੇ ਬਣਾਏ ਤੇ ਜਿਹੋ ਜੀ ਕਿਸੇ ਦੀ ਭਾਵਨਾ ਹੈ, ਜਿਸ ਪਾਸੇ ਇਹਦੀ ਭਾਵਨਾ ਦੀ ਦਿਸ਼ਾ ਹੈ, ਉਸ ਤਰ੍ਹਾਂ ਦੀ ਇਹਦੇ ਅੰਦਰ ਵਿਚਾਰਧਾਰਾ, ਸੋਚ, ਸਮਝ ਪਾ ਕੇ ਉਹਨੇ ਭਰ ਦਿੱਤੇ ਨੇ ਪੂਰਨ ਦੇ। ਜਿੱਡੀ ਕੁ ਸੋਚ ਹੈ ਓਡੀ ਕਿ ਇਹਨੂੰ ਸਮਝ ਦੇ ਦਿੱਤੀ। ਜਿਹੋ ਜਿਹਾ ਸੁਭਾਅ ਹੈ ਉਹ ਜਿਹਾ ਇਹਦੇ ਚਾਰ ਸਪੇਰੇ ਮਾਹੌਲ ਸਿਰਜ ਕੇ ਰੱਖ ਦਿੱਤਾ। ਜਿਵੇਂ ਉਹ ਘੁਮਿਆਰ ਦੇ ਬਣਾਏ ਹੋਏ ਭਾਂਡੇ, ਇੱਕ ਨੀ ਦੁੱਧ ਸਮਾਈ ਹੈ, ਇੱਕ ਚੁੱਲ੍ਹੇ ਰਹਿਣ ਚੜੇ। ਇੱਕ ਤਾਂ ਉਹ ਭਾਂਡੇ ਨੇ ਜਿਨ੍ਹਾਂ 'ਚ ਦੁੱਧ ਰੱਖਿਆ ਜਾਂਦਾ, ਇੱਕ ਉਹ ਨੇ ਜਿਹੜੇ ਚੁੱਲ੍ਹੇ ਤੇ ਤਪਦੇ ਨੇ। ਇਸੇ ਤਰ੍ਹਾਂ ਰੱਬ ਦੇ ਬਣਾਏ ਹੋਏ ਇਹ ਸਰੀਰ, ਇਹ ਜੀਵਨ, ਇੱਕ ਤੇ ਉਹ ਨੇ ਜਿਹੜੇ ਆਨੰਦ ਰਸ ਮਾਣਦੇ ਨੇ, ਰੱਬ ਦੀ ਮਿੱਠੀ ਮਿੱਠੀ ਯਾਦ ਦਾ ਰਸ, ਭੈ ਭਾਵਨੀ ਦਾ ਰਸ। ਇੱਕ ਉਹ ਨੇ ਜਿਹੜੇ ਆਪਣੇ ਜੀਵਨ ਨੂੰ ਆਪਣੇ ਸੁਭਾਅ, ਆਪਣੀ ਸੋਚ ਕਰਕੇ ਚਿੰਤਾ ਦੀ ਚਿਖਾ ਬਣਾ ਲੈਂਦੇ ਨੇ। ਜਿਵੇਂ ਉਹ ਭਾਂਡੇ ਚੁੱਲ੍ਹੇ ਤੇ ਚੜੇ ਨੇ, ਇੱਦਾਂ ਹੀ ਚਿਖਾ ਦੇ ਚਿੰਤਾ ਦੇ ਵਿੱਚ ਆਪਣੇ ਆਪ ਨੂੰ, ਆਪਣੇ ਜੀਵਨ ਨੂੰ ਵਿਅਰਥ ਗਵਾਈ ਜਾ ਰਹੇ ਨੇ। ਇੱਕ ਨਿਹਾਲੀ ਪੈ ਸਵਨ, ਇੱਕ ਉੱਪਰ ਰਹਿਣ ਖੜੇ। ਇੱਕ ਉਹ ਨੇ ਜਿਹੜੇ ਸੋਹਣੇ ਸੋਹਣੇ ਗੱਦਿਆਂ ਤੇ ਸੌਂਦੇ ਨੇ। ਇੱਕ ਉਹ ਨੇ ਜਿਹੜੇ ਉੱਪਰ ਉਹਨਾਂ ਨੂੰ ਪੱਖਾ ਝੱਲਦੇ ਨੇ, ਉਹਨਾਂ ਦੀ ਸੇਵਾ ਕਰਦੇ ਨੇ। ਇਸ ਲਈ ਇਹ ਸਾਰਾ ਖੇਲ ਜਿਸ ਤਰ੍ਹਾਂ ਦੀ ਕਿਸੇ ਦੀ ਭਾਵਨਾ ਹੈ, ਜਿਸ ਤਰ੍ਹਾਂ ਦੀ ਸੋਚ ਹੈ, ਉਸ ਤਰ੍ਹਾਂ ਦੇ ਰੱਬ ਨੇ ਇਹ ਸਾਰਾ ਉਹਦੇ ਨੈਟਵਰਕ ਦੇ ਵਿੱਚ, ਰੱਬ ਦੇ ਨਿਜ਼ਮ ਦੇ ਵਿੱਚ ਇਹ ਸਭ ਕੁਝ ਚੱਲ ਰਿਹਾ। ਤੇ ਨਾ ਸਵਾਰੇ ਨਾਨਕਾ ਜਿਨ ਕਉ ਨਦਰ ਕਰੇ। ਜਿਨ੍ਹਾਂ ਤੇ ਵਾਹਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਉਹਨਾਂ ਦੀ ਸੋਚ ਸੰਵਾਰ ਦਿੰਦੇ ਨੇ, ਉਹਨਾਂ ਦਾ ਸੁਭਾਅ ਸ਼ਿੰਗਾਰ ਦਿੰਦੇ ਨੇ, ਉਹਨਾਂ ਨੂੰ ਚੰਗੇ ਜਜ਼ਬੇ, ਸ਼ੁੱਧ ਨੀਅਤ ਦੇ ਦਿੰਦੇ ਨੇ। ਮਹੱਲਾ ਦੂਜਾ, ਅਗਲਾ ਸ਼ਲੋਕ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦਾ। ਆਪੇ ਸਾਜੇ ਕਰੇ ਆਪ, ਜਾਈ ਭੇ ਰੱਖੈ ਆਪ। ਵਾਹਿਗੁਰੂ ਜੀ ਆਪ ਹੀ ਪੈਦਾ ਕਰਦਾ ਹੈ, ਫਿਰ ਆਪ ਹੀ ਉਹਨਾਂ ਦੀ ਸੰਭਾਲ ਕਰਦਾ ਹੈ। ਉਹਨੇ ਇੱਕ ਐਸਾ ਇਨਫਿਨਾਈਟ ਓਪਰੇਟਿੰਗ ਸਿਸਟਮ, ਇੱਕ ਨਿਜ਼ਮ ਬਣਾ ਦਿੱਤਾ ਹੈ, ਜਿਹਨੂੰ ਲਾ ਆਫ ਕ੍ਰੀਏਸ਼ਨ ਕਹਿ ਦਿੰਦੇ ਹਾਂ, ਲਾ ਆਫ ਗॉड ਵੀ ਕਹਿ ਦਿੰਦੇ ਹਾਂ। ਰੱਬੀ ਕਾਨੂੰਨ ਹੈ, ਰੱਬ ਦਾ ਨਿਜ਼ਮ ਹੈ। ਉਹਦੇ ਨਿਜ਼ਮ ਦੇ ਵਿੱਚ ਹੀ ਸਭ ਕੁਝ ਪੈਦਾ ਹੋ ਰਿਹਾ ਹੈ। ਉਹਦੇ ਨਿਜ਼ਮ ਵਿੱਚ ਹੀ ਉਹਨਾਂ ਨੂੰ ਸੋਰਸਿਸ ਮਿਲ ਰਹੇ ਨੇ, ਉਹਨਾਂ ਦੀ ਸੰਭਾਲ ਹੋ ਰਹੀ ਹੈ। ਤੇ ਇਸ ਵਿੱਚ ਜੰਤ ਉਪਾਏ ਕੈ ਦੇਖੈ ਥਾਪ ਉਥਾਪ। ਫਿਰ ਉਹਨੇ ਜੀਵ ਪੈਦਾ ਕਰ ਦਿੱਤੇ ਨੇ ਉਸੇ ਸਿਸਟਮ ਵਿੱਚ। ਉਹਦੇ ਨਿਜ਼ਮ ਵਿੱਚ ਜੀਵ ਪੈਦਾ ਹੁੰਦੇ ਨੇ, ਫਿਰ ਉਹਨਾਂ ਦੀ ਮੌਤ ਹੁੰਦੀ ਹੈ, ਮਰ ਜਾਂਦੇ ਨੇ। ਇੱਕ ਇਨਫਿਨਾਈਟ ਸਿਸਟਮ ਚੱਲ ਰਿਹਾ, ਇੱਕ ਨਿਜ਼ਮ ਚੱਲ ਰਿਹਾ ਰੱਬ ਦਾ। ਉਹਨੂੰ ਹੁਕਮ ਕਿਹਾ, ਕਿਸ ਨੂੰ ਕਹੀਐ ਨਾਨਕਾ ਸਭ ਕੁਛ ਆਪੇ ਆਪ। ਕਿਹਨੂੰ ਕਹੀਏ ਭਾਈ? ਹੇ ਨਾਨਕ ਜੀ, ਇਹ ਸਭ ਕੁਛ ਉਸੇ ਦਾ ਚਲਾਇਆ ਚੱਲ ਰਿਹਾ, ਉਹਦੇ ਨਿਜ਼ਮ ਵਿੱਚ ਹੀ ਚੱਲ ਰਿਹਾ। ਜੀਵਨ ਜਿਉਣਾ ਹੈ, ਰੱਬ ਤੋਂ ਕੁਰਬਾਨ ਜਾਂਦੇ ਆ, ਰੱਬ ਦੇ ਗੁਣਾਂ ਤੋਂ, ਰੱਬ ਦੀਆਂ ਬਖਸ਼ਾਂ ਤੋਂ। ਪੌੜੀ ਵੱਡੇ ਕੀਆਂ ਵਡਿਆਈਆਂ, ਕਿਛ ਕਹਿਣਾ ਕਹਿਣ ਨਾ ਜਾਏ। ਉਹਦੀਆਂ ਜਿਹੜੀਆਂ ਬਖਸ਼ਿਸ਼ਾਂ ਨੇ ਬਹੁਤ ਵੱਡੀਆਂ ਨੇ, ਬੇਅੰਤ ਨੇ। ਉਹਦੇ ਗੁਣ ਬੇਅੰਤ ਨੇ, ਉਹਦੀਆਂ ਸ਼ਕਤੀਆਂ ਬੇਅੰਤ ਨੇ। ਉਹਦੀ ਕੋਈ ਪੂਰਨ ਵਿਆਖਿਆ ਨਹੀਂ ਕਰ ਸਕਦਾ। ਕਿਛ ਕਹਿਣਾ ਕਹਿਣ ਨਾ ਜਾਏ, ਯਾਨੀ ਕੰਪਲੀਟ ਨਹੀਂ ਕਿਹਾ ਜਾ ਸਕਦਾ। ਕੁਝ ਵੀ ਫਾਈਨਲ ਵਰਜ਼ਨ ਨਹੀਂ ਹੈ। ਜੋ ਕੁਝ ਵੀ ਸਮਝਾਇਆ ਜਾਂਦਾ ਹੈ, ਦੱਸਿਆ ਜਾਂਦਾ, ਆਖਰੀ ਸੱਚ ਨਹੀਂ ਹੋ ਸਕਦਾ। ਜਿੰਨੀ ਕਿਸੇ ਨੂੰ ਸਮਝ ਆਈ ਹੈ, ਉਹਨਾਂ ਕੋ ਦੱਸ ਰਿਹਾ। ਸੋ ਕਰਤਾ
ਕਾਦਰ ਕਰੀਮ ਦੇ ਜੀਆਂ ਰਿਜ਼ਕ ਸੰਭਾਹ। ਉਹ ਕਰਤਾ ਹੈ, ਕ੍ਰੀਏਟਰ ਹੈ, ਸਭ ਨੂੰ ਚਲਾ ਰਿਹਾ। ਉਹਨੇ ਨਿਜ਼ਮ ਬਣਾਇਆ ਹੋਇਆ, ਨਿਜ਼ਮ ਵਿੱਚ ਸਭ ਕੁਝ ਪੈਦਾ ਹੋ ਰਿਹਾ। ਉਹ ਬਖਸ਼ਾਂ ਦੇ ਰਿਹਾ। ਉਹਨੇ ਐਸੇ ਨਿਜ਼ਮ ਦੇ ਸੋਰਸਸ ਬਣਾ ਦਿੱਤੇ ਨੇ, ਉਹ ਸੋਰਸਸ ਰਾਹੀਂ ਰਿਜ਼ਕ ਪਹੁੰਚ ਰਿਹਾ, ਰਿਜ਼ਕ ਪਹੁੰਚਾ ਰਿਹਾ, ਦੇ ਰਿਹਾ। ਸਾਈ ਕਾਰ ਕਮਾ ਬਣੀ ਤੁਰ ਛੋਡੀ ਤਿੰਨੈ ਪਾਏ। ਜਿਨ੍ਹਾਂ ਦੇ ਅੰਦਰ ਸ਼ੁੱਧ ਜਜ਼ਬਾ, ਸ਼ੁੱਧ ਭਾਵਨਾ ਹੈ, ਸ਼ੁੱਧ ਨੀਅਤ ਹੈ, ਉਹਨੂੰ ਵਾਹਿਗੁਰੂ ਜੀ ਨੇ ਵੱਡੇ ਮਿਸ਼ਨ ਤੇ, ਵੱਡੇ ਕਾਰਜ ਤੇ ਲਾਇਆ ਹੁੰਦਾ ਹੈ। ਜਿਹਦੇ ਅੰਦਰ ਸੋਚ ਸੁੰਗੜੀ ਹੈ, ਵਿਜ਼ਨ ਛੋਟਾ ਹੈ, ਉਹ ਉਸ ਤਰ੍ਹਾਂ ਦੀ ਜ਼ਿੰਦਗੀ ਤੇ ਲਾਇਆ। ਜਿਸ ਤਰ੍ਹਾਂ ਦੀ ਧੁਰ ਛੋਡੀ, ਜਿਸ ਤਰ੍ਹਾਂ ਦੀ ਉਹਦੇ ਅੰਦਰ ਵਿਚਾਰਧਾਰਾ ਭਾਵਨਾ ਹੈ, ਉਸ ਤਰ੍ਹਾਂ ਦੇ ਕਾਰੇ ਲਾਇਆ ਹੋਇਆ ਰੱਬ ਨੇ। ਨਾਨਕ ਏਕੀ ਬਾਹਰੀ ਹੋਰ ਦੂਜੀ ਨਾ ਹੀ ਜਾਏ। ਉਸ ਇੱਕ ਤੋਂ, ਇੱਕ ਓੰਕਾਰ ਤੋਂ, ਰੱਬ ਤੋਂ ਬਾਹਰ ਕੁਛ ਵੀ ਨਹੀਂ, ਦੂਜਾ ਕੋਈ ਵੀ ਨਹੀਂ। ਸਭ ਕੁਛ ਉਹਦੇ ਨਿਜ਼ਮ ਵਿੱਚ ਹੈ। ਨਾਨਕ ਜੀ, ਉਹਦੀਆਂ ਸ਼ਕਤੀਆਂ, ਉਹਦੇ ਨਿਜ਼ਮ, ਉਹਦੇ ਗੁਣ, ਉਹਦੇ ਵਰਤਾਰੇ, ਉਹਦੇ ਵਿੱਚ ਹੀ ਸਭ ਕੁਝ ਚੱਲ ਰਿਹਾ। ਜੋ ਕਰੇ ਸੋ ਕਰੇ ਜੇ ਤੇ ਸਹਿ ਰਜ਼ਾਏ। ਉਹ ਜੋ ਕਰਦਾ ਹੈ, ਉਹਦੀ ਰਜ਼ਾ ਵਿੱਚ ਰਾਜ਼ੀ ਰਹਿਣਾ ਚਾਹੀਦਾ, ਜੋਇਫੁਲੀ ਐਕਸੈਪਟ ਕਰਨਾ ਚਾਹੀਦਾ ਹੈ। ਅੰਦਰ ਡਿਸਸੈਟਿਸਫਾਈਡ ਹੋ ਕੇ ਨਹੀਂ ਜਿਉਣਾ। ਜੋ ਕਰ ਰਿਹਾ ਫੁਲੀ ਸੈਟਿਸਫਾਈਡ। ਸ਼ੁੱਧ ਵਾਰਾਂ ਲਿਖਣ ਤੋਂ ਬਾਅਦ, ਜਿਵੇਂ ਆਪਾਂ ਕਹਿੰਦੇ ਹਾਂ ਪ੍ਰੂਫ ਚੈੱਕ ਕਰਨਾ, ਉਹਨੂੰ ਸਾਰਾ ਦੇਖ ਕੇ ਕਿ ਸਾਰੀ ਸਿਮਿਟਰੀ ਪੂਰੀ ਆ ਗਈ ਹੈ, ਕਿਉਂਕਿ ਸ਼ਲੋਕ ਵੱਖ-ਵੱਖ ਥਾਵਾਂ ਤੋਂ ਲਏ ਹੁੰਦੇ ਨੇ। ਅਖੀਰ ਤੇ ਲਿਖਿਆ ਹੁੰਦਾ ਸ਼ੁੱਧ, ਭਾਵ ਪ੍ਰੂਫ ਚੈੱਕ ਕੀਤਾ ਗਿਆ। ਅੱਗੋਂ ਹੁਣ ਭਗਤ ਬਾਣੀ ਸ਼ੁਰੂ ਹੋ ਰਹੀ ਹੈ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਹ ਮੂਲ ਮੰਤਰ 33 ਵਾਰੀ ਅੰਕਿਤ ਹੈ। ਵਾਹਿਗੁਰੂ ਜੀ ਇੱਕ ਹੈ, ਸ਼ਕਤੀਆਂ ਬਣ ਕੇ ਹਰ ਥਾਂ ਤੇ ਇੱਕ ਰਸ ਵਿਆਪਕ ਹੈ। ਉਹ ਨਿਜ਼ਮ ਬਣ ਕੇ, ਗੁਣ ਬਣ ਕੇ ਹਰ ਥਾਂ ਤੇ ਹੈ। ਉਹਦਾ ਨਿਜ਼ਮ ਰੂਪੀ ਨਾਮ, ਉਹਦੇ ਰੱਬੀ ਉਪਦੇਸ਼ ਰੂਪੀ ਨਾਮ ਤੇ ਉਹਦੀ ਮਿੱਠੀ ਮਿੱਠੀ ਯਾਦ ਦਾ ਸਿਮਰਨ ਰਸ ਰੂਪੀ ਨਾਮ ਸਦੀਵੀ ਹੈ। ਸਤਨਾਮ ਕਰਤਾ ਪੁਰਖ, ਸਭ ਕੁਝ ਉਹਦੇ ਸਿਸਟਮ ਵਿੱਚ ਚੱਲ ਰਿਹਾ, ਉਹਦੇ ਨਿਜ਼ਮ ਵਿੱਚ ਚੱਲ ਰਿਹਾ, ਕ੍ਰੀਏਟਰ ਹੈ। ਉਹਦੀਆਂ ਜਿੰਨੀਆਂ ਵੀ ਸ਼ਕਤੀਆਂ ਨੇ, ਨਿਰਭਉ ਨੇ, ਨਿਰਵੈਰ ਨੇ, ਨਾ ਕਿਸੇ ਤੋਂ ਡਰਦੀਆਂ, ਨਾ ਕਿਸੇ ਨਾਲ ਵੈਰ ਹੈ। ਉਹਦੀ ਸ਼ਕਤੀ ਅੱਗ ਵਿੱਚ ਹੈ, ਕਿਸੇ ਨਾਲ ਭੈ ਨਹੀਂ ਆਉਂਦਾ, ਕਿਸੇ ਤੋਂ ਭੈ ਨਹੀਂ। ਉਹਨੂੰ ਨਿਜ਼ਮ ਚਲਾਉਂਗੇ, ਹਰ ਇੱਕ ਦਾ ਕੰਮ ਸਵਾਰੇਗੀ। ਬੇਨਿਜ਼ਮਾ ਕਰੋਗੇ, ਹਰ ਇੱਕ ਨੂੰ ਸਾੜੇਗੀ। ਉਹਦਾ ਵੈਰ ਨਹੀਂ ਕਿਸੇ ਨਾਲ। ਅਕਾਲ ਮੂਰਤ, ਉਹਦੇ ਤੇ ਸਮੇਂ ਦਾ ਕੋਈ ਪ੍ਰਭਾਵ ਨਹੀਂ, ਸਰਕਮਸਟੈਂਸਿਸ, ਸਿਚੁਏਸ਼ਨ, ਸਥਿਤੀਆਂ, ਪ੍ਰਸਥਿਤੀਆਂ ਦਾ ਉਹਦੀ ਕਿਸੇ ਵੀ ਸ਼ਕਤੀ ਤੇ ਕੋਈ ਪ੍ਰਭਾਵ ਨਹੀਂ। ਅਜੂਨੀ, ਉਹਦਾ ਜਨਮ ਨਹੀਂ ਹੋਇਆ। ਸੈਭੰ, ਆਪਣੇ ਆਪ ਤੋਂ ਉਸਨੇ ਇਹ ਖੇਲ ਵਰਤਾਇਆ ਹੋਇਆ। ਗੁਰ ਪ੍ਰਸਾਦ, ਰੱਬੀ ਉਪਦੇਸ਼, ਗੁਰਬਾਣੀ ਦੀਆਂ ਸਿੱਖਿਆਵਾਂ ਗੁਰ ਸਰੂਪ ਹੈ। ਉਹਨੂੰ ਮੰਨਾਂਗੇ, ਉਹਦੀ ਕਿਰਪਾ ਹੋਏਗੀ। ਮਹਿਸੂਸ ਹੋਏਗਾ ਵਾਹਿਗੁਰੂ ਜੀ ਹਾਜ਼ਰ ਨਾਜ਼ਰ ਨੇ। ਇਸ ਮੂਲ ਮੰਤਰ ਤੋਂ ਬਾਅਦ ਆਸਾ ਰਾਗ ਦੇ ਵਿੱਚ ਭਗਤਾਂ ਦੀ ਬਾਣੀ ਸ਼ੁਰੂ ਹੋ ਰਹੀ ਹੈ। ਰਾਗ ਆਸਾ, ਬਾਣੀ ਭਗਤਾਂ ਕੀ। ਆਸਾ ਰਾਗ ਦੇ ਵਿੱਚ ਭਗਤਾਂ ਦੀ ਬਾਣੀ। ਹੁਣ ਅੱਗੋਂ ਦੇਖੋ, ਸਿਰਲੇਖ 2 ਦਿੱਤੇ ਗਏ, 3 ਨੇ। ਇੱਕ ਸਿਰਲੇਖ ਇਹ ਦਿੱਤਾ, ਟਾਈਟਲ ਰਾਗ ਆਸਾ ਬਾਣੀ ਭਗਤਾਂ ਕੀ, ਇਹ ਟਾਈਟਲ ਹੈ, ਯਾਨੀ ਆਸਾ ਰਾਗ ਦੇ ਵਿੱਚ ਭਗਤਾਂ ਦੀ ਬਾਣੀ। ਅਗਲਾ ਟਾਈਟਲ ਹੈ ਕਬੀਰ ਜੀਓ, ਨਾਮਦੇਵ ਜੀਓ, ਰਵਿਦਾਸ ਜੀਓ, ਯਾਨੀ ਭਗਤ ਕਬੀਰ ਜੀ ਦੇ, ਭਗਤ ਨਾਮਦੇਵ ਜੀ ਦੇ, ਭਗਤ ਰਵਿਦਾਸ ਜੀ ਦੇ ਸ਼ਬਦ ਨੇ। ਹੁਣ ਤੀਸਰਾ ਟਾਈਟਲ ਹੈ ਆਸਾ ਸ੍ਰੀ ਕਬੀਰ ਜੀਓ, ਯਾਨੀ ਆਸਾ ਰਾਗ ਦੇ ਵਿੱਚ ਹੁਣ ਭਗਤ ਕਬੀਰ ਜੀ ਦੇ ਸ਼ਲੋਕ ਪਹਿਲਾਂ ਸ਼ੁਰੂ ਹੁੰਦੇ ਨੇ। ਇਹ ਯਾਦ ਰੱਖਿਓ, ਜਦੋਂ ਬਾਣੀ ਦੇ ਵਿੱਚ ਸਭ ਤੋਂ ਪਹਿਲਾਂ ਗੁਰੂ ਨਾਨਕ ਪਾਤਸ਼ਾਹ ਦੇ ਸ਼ਬਦ ਸ਼ੁਰੂ ਹੁੰਦੇ ਨੇ, ਤੇ ਭਗਤਾਂ ਦੀ ਬਾਣੀ ਵਿੱਚ ਸਭ ਤੋਂ ਪਹਿਲਾਂ ਭਗਤ ਕਬੀਰ ਜੀ ਦੇ ਸ਼ਬਦ ਸ਼ੁਰੂ ਹੁੰਦੇ ਨੇ। ਗੁਰ ਚਰਨ ਲਾਗ ਹਮ ਬਿਨਵਤਾ ਪੂਛਤ ਕਹ ਜਿਉ ਪਾਇਆ। ਗੁਰ ਚਰਨ, ਰੱਬੀ ਉਪਦੇਸ਼ ਗੁਰ ਸਰੂਪ ਹੈ। ਗੁਰਬਾਣੀ ਦੀਆਂ ਸਿੱਖਿਆਵਾਂ ਉਹਦੇ ਚਰਨ, ਉਹਦੇ ਉਪਦੇਸ਼ ਨੇ। ਉਪਦੇਸ਼ਾਂ ਨੂੰ ਮੰਨ ਕੇ ਮੈਂ ਬੇਨਤੀ ਕਰਦਾ ਹਾਂ, ਕਹਿ ਜਿਉ ਪਾਇਆ। ਇਹ ਜਿਹੜਾ ਜੀਵਨ ਹੈ, ਕਿੱਥੋਂ ਪ੍ਰਾਪਤ ਕੀਤਾ, ਕਿਵੇਂ ਪ੍ਰਾਪਤ ਹੋਇਆ, ਕਿਸ ਵਿਜ਼ਨ ਦੇ ਲਈ ਪ੍ਰਾਪਤ ਹੋਇਆ, ਇਸ ਜੀਵਨ ਦਾ ਮਕਸਦ ਕੀ ਹੈ, ਜੀਵਨ ਦੀ ਵੈਲਿਊ ਕੀ ਹੈ। ਕਹਿਣ ਲੱਗੇ, ਇਹ ਮੈਂ ਰੱਬੀ ਉਪਦੇਸ਼ਾਂ ਤੋਂ ਪੁੱਛਿਆ ਤੋਂ ਭਾਵ ਹੈ ਸਮਝਿਆ।
ਕਵਨ ਕਾਜ ਜਗ ਉਪਜੈ ਬਿਨ ਸਹਿ ਕਹੋ ਮੋਹਿ ਸਮਝਾਇਆ। ਇਹ ਜਿਹੜਾ ਜੀਵਨ ਹੈ, ਕਿਹੜੇ ਕਾਰਜ ਕਰਕੇ ਇਹ ਪੈਦਾ ਹੋਇਆ? ਕੋਈ ਮੈਨੂੰ ਸਮਝਾਵੇ। ਅਸੀਂ ਜਿਸ ਤਰ੍ਹਾਂ ਦੇ ਆਪਣੇ ਅੰਦਰ ਸਿਰਜਣਾ ਸਿਰਜ ਲੈਂਦੇ ਹਾਂ, ਜਿਸ ਤਰ੍ਹਾਂ ਦਾ ਅਸੀਂ ਅੰਦਰ ਸੰਸਾਰ ਸਿਰਜ ਲੈਂਦੇ ਹਾਂ, ਆਪਣੀ ਸ੍ਰਿਸ਼ਟੀ ਸਿਰਜ ਲੈਂਦੇ ਹਾਂ, ਕਦੀ ਸੋਚਿਆ ਉਹਦਾ ਮਕਸਦ ਕੀ ਹੈ? ਉਹਦਾ ਵਿਜ਼ਨ ਕੀ ਹੈ? ਕਿਸ ਦੇ ਲਈ? ਬੰਦਾ ਕਹਿੰਦਾ ਮੈਂ ਪੈਸਾ ਕਮਾਉਣਾ, ਬਹੁਤ ਸਾਰਾ ਪੈਸਾ ਕਮਾਉਣਾ। ਕਿਸ ਲਈ ਬਈ? ਕਹਿੰਦਾ ਸ਼ਾਂਤੀ ਲਈ, ਖੁਸ਼ੀਆਂ ਲਈ। ਇਹ ਤਾਂ ਤਦ ਬਣਨਗੀਆਂ ਜੇ ਘਰ ਵਿੱਚ ਏਕਤਾ ਹੋਏਗੀ, ਬੱਚੇ ਆਗਿਆਕਾਰੀ ਹੋਣਗੇ, ਇੱਕ ਦੂਸਰੇ ਦੀਆਂ ਭਾਵਨਾਵਾਂ ਦਾ ਸਤਿਕਾਰ ਹੋਏਗਾ। ਇਸ ਲਈ ਜੀਵਨ ਦਾ ਮਕਸਦ ਕੀ ਹੈ? ਮੈਨੂੰ ਕੋਈ ਸਮਝਾਵੇ। ਭਾਵੇਂ ਦੱਸ ਰਹੇ ਨੇ ਕਿ ਇਹ ਸਮਝਣਾ ਬਹੁਤ ਜ਼ਰੂਰੀ ਹੈ। ਦੇਵ ਕਰਹੁ ਦਇਆ ਮੋਹਿ, ਦੇਵ ਕਰਹੁ ਦਇਆ ਮੋਹਿ ਮਾਰਗ ਲਾਭਹੁ, ਜਿਤ ਭੈ ਬੰਧਨ ਟੂਟੈ। ਦੇਵ ਕਹਿੰਦੇ ਨੇ ਪ੍ਰਕਾਸ਼ ਨੂੰ, ਗਿਆਨ ਨੂੰ। ਹੁਣ ਗਿਆਨ ਗੁਰੂ ਦੇ ਅੱਗੇ ਬੇਨਤੀ ਕਰਦੇ ਨੇ, ਮੇਰੇ ਤੇ ਦਇਆ ਕਰੋ, ਸੋਝੀ। ਹਰ ਵਰਤਾਰੇ ਵਿੱਚ ਰੱਬ ਸੱਚਾ ਗਿਆਨ ਬਣ ਕੇ ਬੈਠਾ ਹੈ। ਭਗਤ ਵੀ ਤੇ ਗੁਰੂ ਸਾਹਿਬ ਵੀ ਰੱਬ ਨੂੰ ਸੱਚੇ ਗਿਆਨ ਦੇ ਰੂਪ ਵਿੱਚ ਸਤਿਗੁਰ ਕਹਿੰਦੇ ਨੇ, ਗਿਆਨ ਗੁਰੂ ਕਹਿੰਦੇ ਨੇ, ਮੇਰੇ ਤੇ ਦਇਆ ਕਰੋ। ਗਿਆਨ ਨੇ, ਸੱਚੇ ਗਿਆਨ ਨੇ, ਰੱਬ ਨੇ ਸੱਚਾ ਗਿਆਨ ਬਣ ਕੇ ਸੋਝੀ ਕਰਨੀ ਹੈ। ਮੈਨੂੰ ਉਸ ਮਾਰਗ ਤੇ ਤੋਰੋ ਜੋ ਜੀਵਨ ਸਫਲ ਹੋਵੇ, ਜਿਤ ਭੈ ਬੰਧਨ ਟੁੱਟੈ। ਆ ਜਿਹੜੀਆਂ ਆਦਤਾਂ ਦੇ ਬੰਧਨ ਨੇ ਟੁੱਟ ਜਾਣ, ਮੈਂ ਆਦਤਾਂ ਵਿੱਚ ਫਸ ਕੇ ਨਾ ਜਿਵਾਂ। ਜਨਮ ਮਰਨ ਦੁੱਖ ਫੇੜ ਕਰਮ, ਸੁਖ ਜੀ ਜਨਮ ਤੇ ਛੂਟੈ ਰਹਾਉ। ਅੰਦਰ ਗੁਣਾਂ ਦਾ ਮਰ ਜਾਣਾ, ਔਗਣਾਂ ਦਾ ਜਨਮ ਲੈਣਾ, ਇਹ ਜਨਮ ਮਰਨ ਚੱਲ ਰਿਹਾ। ਇਹਦੇ ਚ ਦੁੱਖ ਪੈਦਾ ਹੁੰਦੇ ਨੇ। ਫਿਰ ਉਹ ਕਰਮ ਹੁੰਦੇ ਨੇ ਜਿਹੜੇ ਨਹੀਂ ਕਰਨੇ ਚਾਹੀਦੇ, ਫੇੜ ਕਰਮ। ਅੰਦਰ ਸੁੱਖ ਬਣਿਆ ਹੋਵੇ, ਸੰਤੁਸ਼ਟੀ ਬਣੀ ਹੋਵੇ, ਅੰਦਰ ਆਤਮਿਕ ਆਨੰਦ ਹੋਵੇ, ਉਹਦਾ ਜਨਮ ਹੋਵੇ। ਉਹ ਜੀਵਨ ਜਿਹਨੂੰ ਗੁਰਮੁਖ ਜੀਵਨ ਕਿਹਾ, ਗੁਰਮਤ ਵਾਲਾ ਜੀਵਨ ਕਿਹਾ। ਆ ਗੁਣਾਂ ਦੇ ਮਰ ਜਾਣਾ ਤੇ ਔਗਣਾਂ ਦੇ ਜਨਮ ਲੈਣ ਤੋਂ ਮੇਰਾ ਖਹਿੜਾ ਛੁੱਟੇ, ਇਹ ਇੱਛਾ ਹੈ ਸੋਝੀ ਪ੍ਰਾਪਤ ਕਰਨ ਦੀ। ਇਹ ਇੱਛਾ ਹੈ ਰੱਬ ਦੇ ਸੱਚੇ ਗਿਆਨ ਦੇ ਰੂਪ ਵਿੱਚ ਦੀਦਾਰ ਕਰਨ ਦੀ। ਰੱਬ ਨੂੰ ਜਦੋਂ ਸੱਚੇ ਗਿਆਨ ਦੇ ਰੂਪ ਵਿੱਚ ਮਿਲਣਾ ਹੈ, ਮਿਲਾਪ ਹੋਣਾ ਹੈ, ਤਾਂ ਸੱਚਾ ਗਿਆਨ ਮੇਰੇ ਤੇ ਕਿਰਪਾ ਕਰ ਦੇਵੇ, ਮੇਰੀਆਂ ਆਦਤਾਂ ਛੁੱਟ ਜਾਣ। ਜੀਵਨ ਨੂੰ ਸੰਵਾਰਨ ਦੇ ਲਈ ਗੁਰੂ ਕੋਲੇ ਜਾਣਾ ਹੈ, ਜੀਵਨ ਨੂੰ ਸੰਵਾਰਨ ਲਈ ਗੁਰੂ ਨਾਲ ਜੁੜਨਾ ਹੈ, ਨਾ ਕਿ ਮੰਗਾਂ ਮੰਗਣ ਲਈ। ਮੰਗਾਂ ਤਾਂ ਚਿੰਤਾਵਾਂ ਵਧਾਉਣਗੀਆਂ। ਮੰਗਾਂ ਵਿੱਚ ਉਲਝ ਕੇ ਤਾਂ ਇਹ ਜੀਵਨ ਪਤਾ ਨਹੀਂ ਕਿੱਧਰ ਨੂੰ ਜਾਂਦਾ ਹੈ। ਰਹਾਉ, ਇਹ ਸ਼ਬਦ ਦਾ ਸੈਂਟਰਲ ਆਈਡੀਆ ਹੈ। ਰਹਾਉ ਪਤਾ ਹੈ। ਮਾਇਆ ਫਾਂਸ ਬੰਧ ਨਹੀਂ ਫਾਰੈ, ਅਰ ਮਨ ਸੁਨ ਨਾ ਲੁਕੇ। ਇਸ ਪਾਸੇ ਕਦੋਂ ਤੁਰੇਗਾ? ਜਦੋਂ ਜੀਵਨ ਦੇ ਵਿੱਚ ਕਿ ਰਿਅਲਾਈਜ਼ ਹੋ ਗਿਆ, ਮਹਿਸੂਸ ਹੋ ਗਿਆ ਕਿ ਮੇਰੇ ਅੰਦਰ ਰੋਂਗ ਅਟੈਂਸ਼ਨ ਦੀ ਇੱਕ ਬੰਧਨ ਹੈ, ਇੱਕ ਫਾਂਸੀ ਹੈ। ਮਨ ਦੀ ਆਦਤ ਹੈ ਇਹ ਹਰ ਵੇਲੇ ਰੱਬ ਨੂੰ ਵਿਸਾਰ ਕੇ ਜਿਉਂਦਾ ਹੈ। ਮਨ ਦੀ ਆਦਤ ਹੈ ਇਹਨੂੰ ਗੁਣਾਂ ਵਾਲਾ ਪਾਸਾ ਔਖਾ ਲੱਗਦਾ ਹੈ, ਔਗੁਣਾਂ ਵਾਲਾ ਪਾਸੇ ਨੂੰ ਬੜੀ ਛੇਤੀ ਭੱਜਦਾ ਹੈ। ਜਦੋਂ ਪਤਾ ਲੱਗਿਆ ਕਿ ਮੇਰੇ ਅੰਦਰੋਂ ਇਹ ਫਾਂਸੀ ਟੁੱਟ ਨਹੀਂ ਰਹੀ, ਬੰਧਨ ਟੁੱਟ ਨਹੀਂ ਰਿਹਾ, ਬੰਧ ਨਹੀਂ ਫਾਰਾ, ਤੇ ਜਿਹੜੀ ਸੁੰਨ ਸਮਾਧੀ ਹੈ, ਉਹ ਹੈ ਬੁਰੇ ਵਿਚਾਰਾਂ ਤੋਂ ਬਚ ਜਾਣਾ, ਕੇਵਲ ਚੰਗੇ ਵਿਚਾਰ ਉੱਠਣੇ। ਗੁਰਮਤਿ ਅਨੁਸਾਰ ਇਹ ਸੁੰਨ ਸਮਾਧੀ ਹੈ, ਤੇ ਇਹ ਮੇਰੇ ਅੰਦਰ ਪੈਦਾ ਨਹੀਂ ਹੋ ਰਹੀ। ਨਿੰਦਾ ਚੁਗਲੀ ਦਾ ਰਸ, ਉਹਦੇ ਵਿਚਾਰ ਹੀ ਨਾ ਉੱਠਣ ਅੰਦਰ। ਹੰਕਾਰ ਦੇ ਅੰਦਰ ਵਿਚਾਰ ਹੀ ਨਾ ਆਉਣ, ਨਫ਼ਰਤ ਲੋਭ ਲਾਲਚ ਦੇ ਵਿਚਾਰ ਆਉਣ ਹੀ ਨਾ। ਇਹ ਸੁੰਨ ਸਮਾਧ ਹੈ, ਇਹ ਬਣ ਨਹੀਂ ਰਹੀ। ਇਸ ਫਿਕਰ ਦੇ ਵਿੱਚ ਗਿਆਨ ਗੁਰੂ ਦੇ ਲੜ ਲੱਗਦਾ ਹੈ। ਇਸ ਫਿਕਰ ਦੇ ਵਿੱਚ ਗੁਰੂ ਪਿਤਾ ਜੀ ਦੇ ਨਾਲ ਸਿੱਖਣ ਦੀ ਬਿਰਤੀ ਨਾਲ ਰਿਸ਼ਤਾ ਜੋੜਦਾ ਹੈ। ਆਪਾ ਪਾਦ ਨਿਰਵਾਣ ਨਾ ਚੀਨਿਆ, ਇਨ ਵਿਦ ਅਭਿਓ ਨਾ ਚੁੱਕੇ। ਜਦੋਂ ਪਤਾ ਲੱਗਿਆ ਕਿ ਮੈਨੂੰ ਨਿਰਸਵਾਰਥ ਹੋ ਕੇ ਸਬਰ ਸੰਤੋਖ ਦੇ ਵਿੱਚ ਦੂਜਿਆਂ ਲਈ ਆਪਾ ਵਾਰਨਾ, ਦੂਜਿਆਂ ਲਈ ਜਿਉਣਾ, ਨਿਰਵਾਣ ਪਦ, ਉਹ ਮੈਨੂੰ ਸਮਝ ਨਹੀਂ ਆਈ, ਮੈਨੂੰ ਪ੍ਰਾਪਤ ਨਹੀਂ ਹੋਇਆ। ਤੇ ਮੇਰਾ ਮਨ ਅਭਿਓ ਕੋਰਾ ਹੈ। ਅੱਖਾਂ ਦੇ ਸਾਹਮਣੇ ਪਤਾ ਨਹੀਂ ਕਿਤਨੇ ਬੱਚੇ ਮਾਂ ਬੋਲੀ ਤੋਂ ਟੁੱਟ ਰਹੇ ਨੇ, ਸਿੱਖੀ ਤੋਂ ਦੂਰ ਜਾ ਰਹੇ ਨੇ, ਕੁਸੰਗ ਕਰ ਰਹੇ ਨੇ। ਇਹ ਮਨ ਭੇਜੀ ਨਹੀਂ ਰਿਹਾ, ਕੋਰਾ ਹੋ ਗਿਆ, ਇਹ ਅੰਦਰੋਂ ਦੂਰ ਨਹੀਂ ਹੋ ਰਿਹਾ। ਇਸ ਲਈ ਗਿਆਨ ਗੁਰੂ ਦੇ ਲੜ ਲੱਗਿਆ। ਹਾਂ,
ਗਿਆਨ ਗੁਰੂ ਨੇ, ਗੁਰੂ ਦੇ ਉਪਦੇਸ਼ਾਂ ਨੇ ਇਸ ਮਨ ਨੂੰ ਚੋਟਾਂ ਮਾਰਨੀਆਂ ਨੇ, ਕਿਉਂਕਿ ਮਨ ਭੁੱਲਿਆ ਹੋਇਆ, ਮਨ ਅਣਜਾਣ ਹੈ। ਕਹੀਂ ਨਾ ਉਪਜੈ, ਉਪਜੀ ਜਾਣੈ, ਭਾਵ ਅਭਾਵ ਵਿਹੂਣਾ। ਜੋ ਕੁਛ ਵੀ ਹੈ, ਇਹ ਸਭ ਕੁਛ ਰੱਬ ਦੀਆਂ ਸ਼ਕਤੀਆਂ ਦਾ ਵਰਤਾਰਾ ਹੈ, ਉਸੇ ਦੀ ਹੋਂਦ ਹੈ। ਇਹ ਵਿਸ਼ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਇਹ ਮਨ ਜਿਹੜਾ ਹੈ ਨਾ, ਇਹ ਰੱਬ ਦੀ ਹੀ ਅੰਸ਼ ਹੈ। ਉਪਜੀ ਜਾਣਾ, ਆਪਣੇ ਆਪ ਨੂੰ ਵੱਖਰੀ ਸਮਝ ਰਿਹਾ। ਭਾਵ ਅਭਾਵ, ਚੰਗੇ ਮੰਦੇ ਦੀ ਸਮਝ ਨਹੀਂ ਆ ਰਹੀ ਇਹਨੂੰ। ਪਤਾ ਹੀ ਨਹੀਂ ਲੱਗ ਰਿਹਾ ਕਿਹੜੇ ਵਿਚਾਰ ਮੇਰੇ ਲਈ ਦੁੱਖ ਦਿੰਦੇ ਨੇ, ਕਿਹੜੇ ਵਿਚਾਰ ਮੈਨੂੰ ਆਤਮਿਕ ਆਨੰਦ ਪੈਦਾ ਕਰਦੇ ਨੇ, ਸਮਝ ਨਹੀਂ ਆ ਰਹੀ। ਜਿਸ ਕਰਕੇ ਗਿਆਨ ਗੁਰੂ ਦੇ ਲੜ ਲੱਗਣਾ, ਸਿੱਖ ਬਣ ਕੇ ਸਿੱਖਣ ਦੀ ਬਿਰਤੀ ਨਾਲ ਜੁੜਨ ਦੀ ਲੋੜ ਹੈ। ਉਦੈ ਅਸਤ ਕੀ ਮਨ ਬੁੱਧ ਨਾਸੀ, ਤਉ ਸਦਾ ਸਹਿਜ ਲਿਵ ਲੀਣਾ। ਉਦੈ ਅਸਤ, ਅੱਖਰੀ ਅਰਥ ਬਣਦੇ ਨੇ ਛਿਪਣਾ, ਚੜ ਜਾਣਾ ਸੂਰਜ ਦਾ। ਇੱਥੇ ਹੈ ਗੁਣਾਂ ਦਾ ਮਰ ਜਾਣਾ, ਔਗੁਣਾਂ ਦਾ ਜਨਮ ਲੈ ਲੈਣਾ। ਕਦੀ ਗੁਣ ਮਰ ਗਏ, ਔਗਣ ਜਨਮ ਹੋ ਗਿਆ, ਕਦੀ ਔਗਣ ਮਰ ਗਏ, ਗੁਣਾਂ ਦਾ ਜਨਮ ਹੋ ਗਿਆ। ਅੰਦਰ ਭਟਕਣਾ ਵਿਚਾਰਾਂ ਦੇ ਵਿੱਚ ਤੇ ਬੁੱਧ ਦੇ ਵਿੱਚ। ਉਸੇ ਤਰ੍ਹਾਂ ਮਤ ਫੈਸਲੇ ਲੈਂਦੀ ਹੈ। ਤੇ ਜਦੋਂ ਬਖਸ਼ਿਸ਼ ਹੁੰਦੀ ਹੈ ਨਾ, ਇਹ ਅੰਦਰ ਗੁਣਾਂ ਦਾ ਮਰਨਾ, ਔਗਣਾਂ ਦਾ ਜਨਮ ਲੈਣਾ, ਇਹ ਵਿਚਾਰਾਂ ਵਿੱਚੋਂ ਤੇ ਬੁੱਧ ਵਿੱਚੋਂ ਖਤਮ ਹੋ ਗਿਆ। ਉਹ ਬੁੱਧ, ਉਹ ਸੋਚ ਹੀ ਨਾਸੀ ਖਤਮ ਹੋ ਗਈ। ਅੰਦਰ ਸਹਿਜ ਆ ਗਿਆ, ਇੱਕ ਲਿਵ ਮਿਲ ਗਈ। ਲਿਵ ਕੀ ਹੈ? ਗੁਰੂ ਦੇ ਲਈ ਆਪਾ ਵਾਰਨਾ, ਜਜ਼ਬਾ, ਜਾਨੂਨ, ਇੱਕ ਖਿੱਚ, ਜੋ ਮਰਜੀ ਹਾਲਾਤ ਆਉਣ ਆਪਾ ਵਾਰਦੇ ਰਹਿਣਾ, ਉਸ ਲਿਵ ਵਿੱਚ ਲੀਨ ਹੋ ਗਿਆ। ਜਿਉਂ ਪ੍ਰਤਿਬਿੰਬ ਬਿੰਬ ਕਉ ਮਿਲੀ ਹੈ, ਉਦਕ ਕੁੰਭ ਵਿਗਰਾਨਾ। ਉਦਾਹਰਨ ਦੇ ਰਹੇ ਨੇ, ਜਿਵੇਂ ਇੱਕ ਘੜਾ ਹੈ ਮਿੱਟੀ ਦਾ, ਉਹਦੇ 'ਚ ਪਾਣੀ ਹੈ। ਪਾਣੀ ਦੇ ਵਿੱਚ ਉੱਪਰੋਂ ਚੰਦਰਮਾ ਜਾਂ ਸੂਰਜ ਦਾ ਪਰਛਾਵਾਂ ਦਿਸ ਰਿਹਾ, ਜਾਂ ਆਪਣਾ ਪਰਛਾਵਾਂ ਦਿਸ ਰਿਹਾ। ਤੇ ਜਦੋਂ ਘੜਾ ਟੁੱਟ ਜਾਂਦਾ ਹੈ, ਉਹ ਪਾਣੀ ਡੁੱਲ ਜਾਂਦਾ ਹੈ, ਉਹ ਜਿਹੜਾ ਪ੍ਰਤੀਬਿੰਬ ਦਿਸ ਰਿਹਾ ਸੀ, ਅਕਸ਼ ਦਿਸ ਰਿਹਾ ਸੀ, ਬਸ ਉਹ ਸਮਾ ਜਾਂਦਾ ਹੈ। ਇਸੇ ਤਰ੍ਹਾਂ ਇਹ ਸਰੀਰ ਜਿਹਨੂੰ ਅਸੀਂ ਕਹਿੰਦੇ ਮਰ ਗਿਆ, ਜੋਤ ਟਰਾਂਸਫਰਮੇਸ਼ਨ ਹੈ। ਜੋਤ ਤੋਂ ਆਈ ਸੀ, ਜੋਤ ਵਿੱਚ ਸਮਾ ਗਈ। ਏਦਾਂ ਕਹਿ ਲਓ ਕਿ ਜਿਹੜੀ ਗਰੀਨਰੀ ਟਾਹਲੀ ਵਿੱਚ ਹੈ, ਪਿੱਪਲ ਵਿੱਚ ਵੀ ਹੈ, ਨਿੰਮ ਵਿੱਚ ਵੀ ਹੈ। ਗਰੀਨਰੀ ਵੱਖ-ਵੱਖ ਨਹੀਂ ਹੈ। ਜਿਵੇਂ ਮੁੰਦਰੀ ਹੈ, ਹਾਰ ਹੈ, ਕੰਨਾਂ ਦੇ ਗਹਿਣੇ ਨੇ, ਨੱਕ ਦੀ ਕੋਕਾ ਹੈ, ਹੋਰ ਇਤਿਆਦਿ ਗਹਿਣੇ ਨੇ, ਸੋਨਾ ਸਭ ਵਿੱਚ ਹੈ। ਇਸ ਤਰ੍ਹਾਂ ਉਹਦੀ ਸ਼ਕਤੀ ਹੈ ਹਰ ਥਾਂ ਤੇ। ਸਰੀਰ ਫੁੱਟ ਗਿਆ, ਸ਼ਕਤੀ 'ਚ ਮਿਲ ਗਈ। ਕੌਣ ਮੂਆ ਰੇ ਕੌਣ ਮੂਆ, ਬ੍ਰਹਮ ਗਿਆਨੀ ਮਿਲ ਕਰਤ ਵਿਚਾਰਾ, ਇਹ ਤੋਂ ਚਲਤ ਪਿਆ। ਇਹਨੇ ਤਾਂ ਰੂਪ ਬਦਲ ਲਿਆ। ਕਹੋ ਕਬੀਰ ਐਸਾ ਗੁਣ ਭ੍ਰਮ ਭਾਗਾ, ਤਉ ਮਨ ਸੁਨ ਸਮਾਨਾ। ਇਹ ਗੁਣ ਭ੍ਰਮ ਇੱਕ ਕਹਾਵਤ ਵਰਤੀ ਜਾਂਦੀ ਸੀ, ਜਿਵੇਂ ਹੈ ਤੇ ਰੱਸੀ, ਪਰ ਉਹਨੂੰ ਸੱਪ ਸਮਝ ਲਿਆ। ਰੱਸੀ ਨੂੰ ਸੱਪ ਸਮਝ ਕੇ ਡਰ ਰਿਹਾ, ਉਹ ਤੋਂ ਉਹਨੂੰ ਕੁੱਟ ਰਿਹਾ। ਇਹਨੂੰ ਕਹਿੰਦੇ ਨੇ ਗੁਣ ਭਰਮ ਪੈ ਗਿਆ। ਜੀਵਨ ਦੀ ਅਸਲੀਅਤ ਸਮਝੀ ਨਹੀਂ, ਜਿਸ ਪਾਸੇ ਤੁਰ ਰਿਹਾ ਉਹ ਅਸਲੀਅਤ ਨਹੀਂ। ਤੇ ਜਦੋਂ ਇਹ ਭਰਮ ਦੂਰ ਹੋ ਗਿਆ, ਕਹੋ ਕਬੀਰ ਐਸਾ ਗੁਣ ਭ੍ਰਮ ਭਾਗਾ, ਤਾਂ ਮਨ ਸੁਨ ਸਮਾਨਾ। ਫਿਰ ਮਨ ਜਿਹੜਾ ਨਾ, ਗੁਰਮਤ ਅਨੁਸਾਰ ਸੁਨ ਸਮਾਧੀ ਕੀ ਹੈ? ਇਹਦੇ ਅੰਦਰ ਬੁਰੇ ਵਿਚਾਰ ਹੀ ਉੱਠਣੇ ਬੰਦ ਹੋ ਗਏ। ਹੁਣ ਇਹਦੇ ਅੰਦਰ ਹੰਕਾਰ ਵਾਲੇ ਵਿਚਾਰ, ਗੁਮਾਨ, ਵਿਖਾਵੇ ਵਾਲੇ ਵਿਚਾਰ ਅੰਦਰ ਉੱਠਦੇ ਨਹੀਂ। ਇਹਦੇ ਅੰਦਰ ਵਿਚਾਰ ਹੀ ਨਹੀਂ ਉੱਠਦਾ ਜਿੱਥੇ ਨਿੰਦਾ ਹੋ ਰਹੀ ਹੈ, ਮੈਂ ਬੈਠਾ ਸੁਣਾ। ਇਹਦੇ ਅੰਦਰ ਵਿਚਾਰ ਹੀ ਨਹੀਂ ਉੱਠ ਰਿਹਾ ਕਿ ਮੈਂ ਆਪਣੇ ਸਵਾਰਥ ਪੂਰਾ ਕਰਨ ਲਈ ਚਾਪਲੂਸੀ ਕਰਾਂ, ਕਿਸੇ ਦੀ ਮੁਥਾਜੀ ਕਰਾਂ। ਤਾਂ ਇਹਨੂੰ ਅਸਲੀ ਜਿਉਣਾ ਆ ਗਿਆ। ਗੁਰੂ ਪਾਤਸ਼ਾਹ ਕਿਰਪਾ ਕਰਨ, ਗੁਰਬਾਣੀ ਨੂੰ ਜਿੰਨੀ ਕੁ ਸਮਝ ਆਵੇ। ਮੈਂ ਨਹੀਂ ਇਹ ਦਾਅਵਾ ਕਰਦਾ, ਨਾ ਹੀ ਇਹ ਦਾਅਵਾ ਹੋ ਸਕਦਾ ਕਿ ਪੂਰੀ ਸਮਝ ਆ ਗਈ ਹੈ, ਨਾ ਕਦੀ ਆ ਸਕੇ। ਕੋਈ ਕਿਸ ਐਂਗਲ ਤੋਂ ਗੁਰਬਾਣੀ ਨੂੰ ਸਮਝਦਾ, ਕੋਈ ਕਿਸ ਐਂਗਲ ਤੋਂ ਸਮਝਦਾ, ਆਪਣੀ ਆਪਣੀ ਸਮਝ ਹੈ। ਜਿੰਨੀ ਕੁ ਸਮਝ ਆਈ ਹੈ, ਇਹ ਕਿਣਕਾ ਮਾਤਰ ਵੀ ਨਹੀਂ ਹੈ। ਮੈਨੂੰ ਜਿੰਨੀ ਕੁ ਸਮਝ ਆਈ ਹੈ, ਇਹ ਕਿਣਕਾ ਮਾਤਰ ਵੀ ਨਹੀਂ ਹੈ। ਜਿਹੜੇ ਪਿਆਰਾਂ ਦੀ ਆਦਤ ਹੁੰਦੀ ਹੈ ਨਾ ਨੁਕਸ ਲੱਭਣ ਦੀ, ਮੈਂ ਬੇਨਤੀ ਕਰਾਂ ਤੁਸੀਂ ਨੁਕਸ ਨਾ ਲੱਭੋ। ਨੁਕਸ ਤਾਂ ਲੱਭੋ ਜੇ ਪਰਫੈਕਟ ਹੋਵੇ। ਇਹ ਤਾਂ ਮੇਰੀ ਅਧੂਰੀ ਜੀ ਸੋਚ ਹੈ। ਬਸ ਇੱਕ ਭਾਵਨਾ ਹੈ ਕਿ ਜਿੰਨੀ ਕੁ ਸਮਝ ਆਈ ਹੈ ਇਹਨੂੰ ਵੰਡੀਏ, ਤੇ ਜਿੰਨੀ ਕੁ ਸਮਝ ਆਈ
ਉਸ ਨੂੰ ਵੰਡਣ ਲਈ ਅੱਜ ਦੇ ਇਲੈਕਟ੍ਰੋਨਿਕ ਮੀਡੀਆ ਰਾਹੀਂ ਤੁਹਾਡੇ ਤੱਕ ਪਹੁੰਚਾਉਣ ਦਾ ਯਤਨ ਕਰ ਰਿਹਾ ਹਾਂ। ਗੁਰੂ ਪਾਤਸ਼ਾਹ ਕਿਰਪਾ ਕਰਨਗੇ। 4 ਜੂਨ 2022 ਤੋਂ ਕੈਨੇਡਾ ਦੇ 2 ਨੈਸ਼ਨਲ ਚੈਨਲਸ ਜੋਏ TV ਤੇ ਫੇਥ TV ਦੇ ਉੱਪਰ ਸਾਡਾ 1 ਘੰਟੇ ਦਾ ਸ਼ੋਅ ਸ਼ੁਰੂ ਹੋ ਰਿਹਾ। ਉਹਦਾ ਨਾਮ ਹੈ ਗੁਰਗਿਆਨ ਦਾ ਨਗਾਰਾ। ਉਹਦੇ ਤੇ ਬੱਚਿਆਂ ਦੇ ਟੈਲੈਂਟ ਉਭਾਰੇ ਜਾਣਗੇ। ਉਹਦੇ ਤੇ 1 ਹਫ਼ਤਾ ਗੁਰਬਾਣੀ ਦੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚੋਂ ਨੁਕਤੇ ਵਿਚਾਰੇ ਜਾਣਗੇ। ਦੂਜੇ ਹਫ਼ਤੇ ਸਾਖੀਆਂ ਦੇ ਵਿੱਚੋਂ ਸਿੱਖਣ ਦਾ ਯਤਨ ਕੀਤਾ ਜਾਏਗਾ। ਤੀਸਰੇ ਹਫ਼ਤੇ ਗੁਰਮਤ ਦੇ ਨੁਕਤੇ, ਚੌਥੇ ਹਫ਼ਤੇ ਨੌਜਵਾਨਾਂ ਲਈ ਪੇਰੈਂਟਿੰਗ। ਸਮੁੱਚੇ ਕੈਨੇਡਾ ਵਿੱਚ ਰਿਲੇ ਹੋਏਗਾ ਵੱਖ-ਵੱਖ ਸਮਿਆਂ ਦੇ ਉੱਪਰ। ਜਿਹੜਾ ਐਪੀਸੋਡ ਉੱਥੇ ਰਿਲੇ ਹੋ ਜਾਏਗਾ ਉਹ ਤੁਹਾਨੂੰ ਇੱਥੇ ਗੁਰਗਿਆਨ TV ਤੇ ਵੀ ਮਿਲੇਗਾ। ਦੇਖਦੇ ਰਹਿਣਾ। ਬਸ ਇੱਕ ਭਾਵਨਾ ਹੈ, ਜਿੰਨੀ ਕੁ ਸਮਝ ਆਈ ਹੈ ਇਹਨੂੰ ਵੰਡੀਏ, ਘਰ-ਘਰ ਤੱਕ ਵੰਡੀਏ। ਗੁਰਬਾਣੀ ਘਰ-ਘਰ ਤੱਕ ਜਾਣੀ ਚਾਹੀਦੀ ਹੈ। ਹਰ ਗੁਰੂ ਕਾ ਗੁਰਸਿੱਖ ਅਰਥਾਂ ਸਮੇਤ ਸਹਿਜ ਪਾਠ ਕਰੇ। ਹਰ ਗੁਰੂ ਕਾ ਗੁਰਸਿੱਖ ਸਿੱਖੀ ਨੂੰ ਸਮਝੇ, ਪ੍ਰੈਕਟੀਕਲ ਜ਼ਿੰਦਗੀ ਜਿਉਵੇਂ, ਗੁਰਮਤ ਨੂੰ ਸਮਝੇ, ਆਪਣੇ ਜੀਵਨ ਵਿੱਚ ਲਾਗੂ ਕਰੇ। ਜੇ ਗੁਰਬਾਣੀ ਘਰ-ਘਰ ਤੱਕ ਜਾਏਗੀ, ਘਰ ਧਰਮਸ਼ਾਲਾ ਵਰਗੇ ਬਣਨਗੇ। ਸਿੱਖੀ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਵੰਡਾਂਗੇ, ਗੁਰੂ ਵਿਰਸਾ ਦਾ ਗਿਆਨ ਵੰਡਾਂਗੇ ਤਾਂ ਉਹਨਾਂ ਦਾ ਸੁਭਾਅ, ਉਹਨਾਂ ਦੀ ਸੋਚ ਬਦਲੇਗੀ, ਉਹ ਆਈਡੀਅਲ ਬਣਨਗੇ। ਉਹਦੇ ਲਈ ਆਪਾਂ ਨੂੰ ਕਲੈਕਟਿਵ ਕੌਨਸ਼ੀਅਸਨੈਸ ਜਗਾਉਣੀ ਪਵੇਗੀ। ਘਰ-ਘਰ ਤੱਕ ਪ੍ਰੇਰਨਾ ਦੇਈਏ। ਕਲੈਕਟਿਵ ਕੌਨਸ਼ੀਅਸਨੈਸ ਜਿਹਨੂੰ ਸਮੂਹਿਕ ਚੇਤਨਾ ਕਹਿੰਦੇ ਆ, ਜਾਗੇਗੀ ਤਾਂ ਫਿਰ ਸਾਰੇ ਰਲ ਮਿਲ ਕੇ ਯਤਨ ਕਰਾਂਗੇ। ਸਮੂਹਿਕ ਯਤਨ ਜਿਹਨੂੰ ਕਲੈਕਟਿਵ ਐਫਰਟਸ ਕਹਿੰਦੇ ਨੇ। ਸਾਡਾ ਫਰਜ਼ ਵੀ ਬਣਦਾ ਹੈ। ਗੁਰੂ ਪਾਤਸ਼ਾਹ ਕਿਰਪਾ ਕਰਨ। ਕੱਲ੍ਹ ਨੂੰ ਫਿਰ 476 ਅੰਗ ਦੀ ਵਿਚਾਰ ਲੈ ਕੇ ਤੁਹਾਡੇ ਘਰ, ਤੁਹਾਡੇ ਸਨਮੁਖ ਹਾਜ਼ਰ ਹੋਵਾਂਗਾ। ਤਦ ਤੱਕ ਲਈ ਗੁਰੂ ਫਤਿਹ ਜੀ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ। ਮਨ ਪੀਵੇ